ਦੋਸਤੋ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਆਪਣੇ ਦੇਸ਼ ਦਾ ਸੰਵਿਧਾਨ ਹੈ ਉਹਦਾ ਕਿਹੜਾ ਪਾਰਟ ਕਿਹੜੇ ਦੇਸ਼ ਤੋਂ ਲਿਆ ਗਿਆ ਉਹਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਦੇ ਹਾਂ। ਸ਼ੁਰੂ ਕਰਦੇ ਹਾਂ ਵੀਡੀਓ। ਪਹਿਲਾ ਪ੍ਰਸ਼ਨ, ਇਕਹਿਰੀ ਨਾਗਰਿਕਤਾ ਸਿੰਗਲ ਸਿਟੀਜ਼ਨਸ਼ਿਪ, ਵੈਰੀ ਇੰਪੋਰਟੈਂਟ ਕੁਐਸਚਨ। ਜਿਹੜੀ ਸਿੰਗਲ ਸਿਟੀਜ਼ਨਸ਼ਿਪ ਜਿਹੜੀ ਧਾਰਨਾ ਹੈ ਕਿਸ ਦੇਸ਼ ਤੋਂ ਲਈ ਗਈ ਹੈ? ਠੀਕ ਹੈ, ਇਹ ਯਾਦ ਰੱਖਣਾ, ਇਹ ਲਈ ਗਈ ਹੈ ਯੂਕੇ ਤੋਂ, ਬ੍ਰਿਟੇਨ ਯਾਨੀ ਕਿ ਇੰਗਲੈਂਡ ਤੋਂ, ਯੂਨਾਈਟਡ ਕਿੰਗਡਮ ਤੋਂ ਕਿਹੜੀ ਧਾਰਨਾ ਲਈ ਗਈ ਹੈ ਸੰਵਿਧਾਨ ਵਿੱਚ? ਸਿੰਗਲ ਸਿਟੀਜ਼ਨਸ਼ਿਪ। ਇਹ ਤੁਸੀਂ ਯਾਦ ਰੱਖਣਾ ਹੈ, ਤੁਹਾਨੂੰ ਇੱਥੇ ਦੱਸਣਾ ਹੈ ਵੀ ਸਿੰਗਲ ਸਿਟੀਜ਼ਨਸ਼ਿਪ ਹੁੰਦੀ ਕੀ ਹੈ। ਜਿਵੇਂ USA ਹੈ, ਯੂਨਾਈਟਡ ਸਟੇਟ ਅਮਰੀਕਾ, ਉੱਥੇ ਕਿਹੜੀ ਨਾਗਰਿਕਤਾ ਹੈਗੀ ਹੈ? ਯਾਦ ਰੱਖਿਓ, ਦੋਹਰੀ ਨਾਗਰਿਕਤਾ। ਕਿਹੜੀ ਨਾਗਰਿਕਤਾ ਹੈ? ਦੋਹਰੀ ਨਾਗਰਿਕਤਾ। ਇੱਕ ਤਾਂ ਉੱਥੇ ਕੇਂਦਰ ਸਰਕਾਰ ਦੀ ਨਾਗਰਿਕਤਾ ਹੁੰਦੀ ਹੈ, ਇੱਕ ਉਹਦੀ ਸਟੇਟ ਦੀ ਅਲੱਗ ਹੁੰਦੀ ਹੈ। ਸਟੇਟ ਦੀ ਨਾਗਰਿਕਤਾ ਉੱਥੇ ਅਲੱਗ ਲੈਣੀ ਪੈਂਦੀ ਹੈ, ਕੇਂਦਰ ਵਾਲੀ ਅਲੱਗ ਲੈਣੀ ਪੈਂਦੀ ਹੈ। ਪਰੰਤੂ ਆਪਣੇ ਦੇਸ਼ ਦੇ ਵਿੱਚ ਇੱਕੋ ਨਾਗਰਿਕਤਾ ਹੈ, ਸਟੇਟ ਅਤੇ ਸੈਂਟਰ ਵਾਲੀ ਅਲੱਗ ਨਾਗਰਿਕਤਾ ਨਹੀਂ ਲੈਣੀ ਪੈਂਦੀ, ਸਿੰਪਲ ਇੱਕੋ ਹੀ ਨਾਗਰਿਕਤਾ ਚੱਲਦੀ ਹੈ। ਠੀਕ ਹੈ ਜੀ। ਅਗਲਾ ਕੁਐਸਚਨ, ਮੌਲਿਕ ਅਧਿਕਾਰ ਜਿਹੜੇ ਫੰਡਾਮੈਂਟਲ ਰਾਈਟ ਹੈ ਉਹ ਕਿਹੜੇ ਦੇਸ਼ ਤੋਂ ਲਏ ਗਏ ਹੈਗੇ ਆ? ਫੰਡਾਮੈਂਟਲ ਰਾਈਟ ਕਿਸ ਦੇਸ਼ ਤੋਂ ਲਏ ਗਏ ਹੈ? ਇਹਦਾ ਆਨਸਰ ਕੀ ਹੈਗਾ? ਆਪਸ਼ਨ ਬੀ, ਅਮਰੀਕਾ, ਯਾਨੀ ਕਿ USA, ਯੂਨਾਈਟਡ ਸਟੇਟ ਅਮਰੀਕਾ ਤੋਂ ਕੀ ਹੈਗੇ ਆ? ਫੰਡਾਮੈਂਟਲ ਰਾਈਟਸ ਲਏ ਗਏ ਹੈ। ਇੱਥੇ ਤੁਸੀਂ ਇਹ ਵੀ ਯਾਦ ਰੱਖਣਾ ਹੈ, ਜਦੋਂ ਆਪਣਾ ਸੰਵਿਧਾਨ ਬਣਿਆ ਸੀਗਾ ਤਾਂ ਉਦੋਂ ਆਪਣੇ ਕੁੱਲ ਕਿੰਨੇ ਫੰਡਾਮੈਂਟਲ ਰਾਈਟ ਦਿੱਤੇ ਸੀਗੇ ਸੰਵਿਧਾਨ ਨੇ ਆਪਾਂ ਨੂੰ? 7। ਜਦੋਂ ਸੰਵਿਧਾਨ ਬਣਿਆ ਸੀਗਾ ਤਾਂ ਆਪਾਂ ਨੂੰ 7 ਮੌਲਿਕ ਅਧਿਕਾਰ ਪ੍ਰਾਪਤ ਸੀਗੇ। ਠੀਕ ਹੈ, ਉਹਦੇ ਇਹਨਾਂ 7 ਦੇ ਵਿੱਚੋਂ ਇੱਕ ਮੌਲਿਕ ਅਧਿਕਾਰ ਸੀਗਾ ਰਾਈਟ ਟੂ ਪ੍ਰੋਪਰਟੀ। ਕਿਹੜਾ ਸੀਗਾ? ਰਾਈਟ ਟੂ ਪ੍ਰੋਪਰਟੀ ਵੀ ਇੱਕ ਅਧਿਕਾਰ ਸੀਗਾ ਆਪਾਂ ਨੂੰ ਫੰਡਾਮੈਂਟਲ ਰਾਈਟ ਦੇ ਵਿੱਚ। ਪਰੰਤੂ ਜਿਹੜੀ 44ਵੀਂ ਅਮੈਂਡਮੈਂਟ ਹੋਈ, ਜਦੋਂ 44ਵੀਂ ਅਮੈਂਡਮੈਂਟ ਹੋਈ ਹੈਗੀ ਹੈ, 44ਵੀਂ ਅਮੈਂਡਮੈਂਟ ਸੋਧ ਹੋਈ ਤਾਂ ਜਿਹੜਾ ਰਾਈਟ ਟੂ ਪ੍ਰੋਪਰਟੀ ਹੈ ਇਹਨੂੰ ਫੰਡਾਮੈਂਟਲ ਰਾਈਟ ਵਿੱਚੋਂ ਕੱਢਤਾ ਅਤੇ ਕਿਹੜਾ ਰਾਈਟ ਬਣਾਤਾ? ਲੀਗਲ ਰਾਈਟ। ਇਹ ਵੀ ਯਾਦ ਰੱਖਣਾ ਵੀ ਜਦੋਂ ਆਪਣਾ ਸੰਵਿਧਾਨ ਬਣਿਆ 7 ਮੌਲਿਕ ਅਧਿਕਾਰ ਪ੍ਰਾਪਤ ਸੀਗੇ, ਇੱਕ ਫੰਡਾਮੈਂਟਲ ਜਿਹੜਾ ਰਾਈਟ ਹੈ ਰਾਈਟ ਟੂ ਪ੍ਰੋਪਰਟੀ, ਇਹਨੂੰ 44ਵੀਂ ਅਮੈਂਡਮੈਂਟ ਦੇ ਰਾਹੀਂ ਇਹਨੂੰ ਕੀ ਹੈ ਫੰਡਾਮੈਂਟਲ ਰਾਈਟ ਚੋਂ ਹਟਾ ਕੇ ਕਿਹੜਾ ਰਾਈਟ ਬਣਾਤਾ ਸੀਗਾ? ਲੀਗਲ ਰਾਈਟ। ਠੀਕ ਹੈ ਜੀ। ਅੱਗੇ, ਭਾਰਤੀ ਸੰਵਿਧਾਨ ਉੱਪਰ ਸਭ ਤੋਂ ਵੱਧ ਪ੍ਰਭਾਵ ਕਿਸ ਦਾ ਹੈ? ਵੇਖੋ, ਜਿਹੜਾ ਭਾਰਤੀ ਸੰਵਿਧਾਨ ਹੈ ਆਪਣੇ ਦੇਸ਼ ਦਾ ਸੰਵਿਧਾਨ ਹੈ ਉਹਦਾ ਸਭ ਤੋਂ ਵੱਧ ਪਾਰਟ ਕਿੱਥੋਂ ਲਿਆ ਗਿਆ ਹੈ? ਇਹ ਤੁਸੀਂ ਯਾਦ ਰੱਖਿਓ, ਇਹ ਆਇਆ ਸੀ ਦਾ ਗੌਰਮੈਂਟ ਆਫ ਇੰਡੀਆ ਐਕਟ, ਜਿਹੜਾ 1935 ਦਾ ਗੌਰਮੈਂਟ ਆਫ ਇੰਡੀਆ ਐਕਟ ਸੀਗਾ, ਉਹਦੇ ਵਿੱਚੋਂ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਧ ਹਿੱਸਾ ਲਿਆ ਗਿਆ। ਭਾਰਤੀ ਸੰਵਿਧਾਨ ਦਾ ਜਿਹੜਾ ਸਭ ਤੋਂ ਵੱਧ ਹਿੱਸਾ ਕਿੱਥੋਂ ਲਿਆ ਗਿਆ? ਗੌਰਮੈਂਟ ਆਫ ਇੰਡੀਆ ਐਕਟ 1935 ਤੋਂ। ਠੀਕ ਹੈ ਜੀ। ਅੱਗੇ, ਮੌਲਿਕ ਕਰਤੱਵ ਜਿਹੜੇ ਹੈਗੇ, ਮੌਲਿਕ ਕਰਤੱਵ ਆਪਣੇ ਜਿਹੜੇ ਫੰਡਾਮੈਂਟਲ ਡਿਊਟੀਜ਼ ਹੈ ਇਹ ਕਿਸ ਦੇਸ਼ ਤੋਂ ਲਈਆਂ ਗਈਆਂ? ਠੀਕ ਹੈ, ਕਿਸ ਦੇਸ਼ ਤੋਂ ਲਈਆਂ ਗਈਆਂ? ਸੋਵੀਅਤ ਰੂਸ। ਕਈ ਵਾਰੀ USSR ਵੀ ਲਿਖਿਆ ਹੁੰਦਾ। ਠੀਕ ਹੈ, ਸੋਵੀਅਤ ਸੰਘ ਵੀ ਲਿਖਿਆ ਹੁੰਦਾ, ਕਈ ਵਾਰੀ ਪੇਪਰ 'ਚ ਲਿਖਿਆ ਹੁੰਦਾ ਸੋਵੀਅਤ ਸੰਘ, ਕਈ ਵਾਰੀ ਸੋਵੀਅਤ ਰੂਸ ਜਾਂ USSR। ਇਹ ਕਿਹੜੇ ਦੇਸ਼ ਤੋਂ ਲਈਆਂ ਗਈਆਂ? USSR ਤੋਂ। ਇੱਕ ਗੱਲ ਇੱਥੇ ਇਹ ਯਾਦ ਰੱਖਣੀ ਹੈ, ਜਿਹੜਾ ਆਪਣਾ ਮੂਲ ਸੰਵਿਧਾਨ ਹੈ, ਜਦੋਂ ਆਪਣੇ ਦੇਸ਼ ਦਾ ਸੰਵਿਧਾਨ ਬਣਿਆ ਮੂਲ ਸੰਵਿਧਾਨ, ਉਹਦੇ ਵਿੱਚ ਕੋਈ ਵੀ ਫੰਡਾਮੈਂਟਲ ਡਿਊਟੀ ਨਹੀਂ ਸੀਗੀ। ਉਦੋਂ ਫੰਡਾਮੈਂਟਲ ਡਿਊਟੀਆਂ ਹੈ ਨਹੀਂ ਸੀ, ਸਿਰਫ ਕੀ ਸੀ? ਮੌਲਿਕ ਅਧਿਕਾਰ ਹੀ ਹੈਗੇ ਸੀ, ਕੋਈ ਵੀ ਫੰਡਾਮੈਂਟਲ ਡਿਊਟੀ ਨਹੀਂ ਸੀ। ਜਦੋਂ 42ਵੀਂ ਅਮੈਂਡਮੈਂਟ ਹੋਈ, ਕਿੰਨਵੀਂ ਅਮੈਂਡਮੈਂਟ ਹੋਈ? 42ਵੀਂ ਅਮੈਂਡਮੈਂਟ ਹੋਈ 1976 ਦੇ ਵਿੱਚ। ਠੀਕ ਹੈ, ਉਦੋਂ ਕੀ ਕੀਤੀਆਂ ਗਈਆਂ? 10 ਫੰਡਾਮੈਂਟਲ ਡਿਊਟੀਆਂ ਵਿੱਚ ਐਡ ਕੀਤੀਆਂ ਗਈਆਂ। ਕਿੰਨੀਆਂ ਫੰਡਾਮੈਂਟਲ ਡਿਊਟੀਆਂ ਕੀਤੀਆਂ ਗਈਆਂ? 10 ਫੰਡਾਮੈਂਟਲ ਡਿਊਟੀਜ਼ ਐਡ ਕੀਤੀਆਂ ਗਈਆਂ। 10 ਉਦੋਂ ਕੀਤੀਆਂ। ਫਿਰ ਇੱਕ ਅਮੈਂਡਮੈਂਟ ਹੋਈ, 86ਵੀਂ ਅਮੈਂਡਮੈਂਟ ਹੋਈ 2002 ਨੂੰ। ਠੀਕ ਹੈ, 86ਵੀਂ ਅਮੈਂਡਮੈਂਟ ਜਿਹੜੀ ਕਦੋਂ ਹੋਈ? 2002 ਨੂੰ। ਇਹ ਯਾਨੀ ਕਿ ਉਹਦੇ ਵਿੱਚ 11ਵੀਂ ਜਿਹੜੀ ਹੈਗੀ ਹੈ ਫੰਡਾਮੈਂਟਲ ਡਿਊਟੀ ਇਨਕਲੂਡ ਕੀਤੀ ਗਈ। 10 ਕੀਤੀਆਂ 42ਵੀਂ ਅਮੈਂਡਮੈਂਟ ਨਾਲ, 86ਵੀਂ ਅਮੈਂਡਮੈਂਟ ਨਾਲ ਇੱਕ ਹੋਰ ਕਰਤੀ, ਕੁੱਲ ਕਿੰਨੀਆਂ ਹੋ ਗਈਆਂ? 11। ਹੁਣ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਹੈਗੀਆਂ ਆਪਣੇ ਕੋਲ? 11 ਫੰਡਾਮੈਂਟਲ ਡਿਊਟੀਜ਼ ਹੈ। ਠੀਕ ਹੈ ਜੀ। ਅੱਗੇ, ਐਮਰਜੈਂਸੀ ਉਪਬੰਧ ਜਿਹੜੀਆਂ ਐਮਰਜੈਂਸੀ ਪ੍ਰੋਵੀਜ਼ਨਜ਼ ਹੈ, ਐਮਰਜੈਂਸੀ ਉਪਬੰਧ, ਐਮਰਜੈਂਸੀ ਪ੍ਰੋਵੀਜ਼ਨ ਕਿਸ ਦੇਸ਼ ਤੋਂ ਲਈਆਂ ਗਈਆਂ? ਇਹ ਯਾਦ ਰੱਖਿਓ, ਜਰਮਨੀ ਤੋਂ। ਇਹ ਯਾਦ ਕਰਨ ਦਾ ਸੌਖਾ ਤਰੀਕਾ ਹੈ, ਜਰਮਨੀ ਵਿੱਚ ਦਾ ਜਿਹੜਾ ਮੇਨ ਸ਼ਾਸਕ ਜਿਹੜਾ ਦੂਜੇ ਵਿਸ਼ਵ ਯੁੱਧ ਦੇ ਲਈ ਜਿਹਨੂੰ ਕਸੂਰਵਾਰ ਮੰਨਿਆ ਜਾਂਦਾ ਹੈ, ਹਿਟਲਰ ਹੋਇਆ। ਠੀਕ ਹੈ,
ਹਿਟਲਰ ਕਿੱਥੇ ਹੋਇਆ? ਜਰਮਨੀ ਦੇ ਵਿੱਚ। ਯਾਦ ਰੱਖਿਓ ਜਿਹੜੀਆਂ ਐਮਰਜੈਂਸੀ ਪ੍ਰੋਵੀਜ਼ਨਸ ਹੈ, ਐਮਰਜੈਂਸੀ ਜਿਹੜੀਆਂ ਹੁੰਦੀਆਂ ਪ੍ਰੋਵੀਜ਼ਨਸ, ਇਹ ਵੀ ਇੱਕ ਤਰ੍ਹਾਂ ਦੀਆਂ ਕੀ ਹੁੰਦੀਆਂ ਹੈਗੀਆਂ, ਤਾਂ ਉਹੀ ਇਹਦੇ ਵਿੱਚ ਜਿਹੜੀਆਂ ਮੌਲਿਕ ਅਧਿਕਾਰ ਵਗੈਰਾ ਹੈਗੇ ਸਾਰੇ ਖੋਲ੍ਹੇ ਜਾਂਦੇ ਹੈਗੇ ਆ। ਠੀਕ ਹੈ, ਤਾਂ ਸੌਖਾ ਯਾਦ ਰਹਿ ਜੂਗਾ ਵੀ ਕਿੱਥੋਂ ਲਏ ਗਏ ਹੈਗੇ? ਜਰਮਨੀ ਤੋਂ। ਠੀਕ ਹੈ ਜੀ, ਕਿਉਂਕਿ ਹਿਟਲਰ ਨੇ ਆਪਦੇ ਰਾਜ ਦੇ ਵਿੱਚ ਕੋਈ ਜ਼ਿਆਦਾ ਮੌਲਿਕ ਅਧਿਕਾਰ ਦਿੱਤੇ ਨਹੀਂ ਸੀਗੇ। ਇਸ ਤਰ੍ਹਾਂ ਯਾਦ ਆਪਾਂ ਨੂੰ ਕਰਨਾ ਸੌਖਾ ਹੈ। ਅੱਗੇ ਜੀ, ਰਾਸ਼ਟਰਪਤੀ ਵਿਰੁੱਧ ਮਹਾਵਿਯੋਗ। ਰਾਸ਼ਟਰਪਤੀ ਵਿਰੁੱਧ ਜਿਹੜੀ ਇੰਪੀਚਮੈਂਟ ਹੈ, ਮੰਨ ਲਓ ਰਾਸ਼ਟਰਪਤੀ ਨੂੰ ਜਿਹੜਾ ਹਟਾਉਣ ਦੀ ਪ੍ਰਕਿਰਿਆ ਕਿਸ ਦੇਸ਼ ਤੋਂ ਲਈ ਗਈ ਹੈ? ਰਾਸ਼ਟਰਪਤੀ ਨੂੰ ਹਟਾਉਣ ਦੀ ਇੰਪੀਚਮੈਂਟ ਦਾ ਮੀਨਿੰਗ ਹੈ ਵੀ ਉਹਨਾਂ ਦੇ ਟੈਨੂਅਰ ਤੋਂ ਪਹਿਲਾਂ ਹੀ ਉਹਨੂੰ ਜੇ ਕਿਵੇਂ ਹਟਾਇਆ ਜਾ ਸਕਦਾ, ਕਿਹੜੇ ਦੇਸ਼ ਤੋਂ ਲਈ ਗਈ ਹੈ? ਇਹ ਤੁਸੀਂ ਯਾਦ ਰੱਖਿਓ। ਸਭ ਤੋਂ ਸ਼ਕਤੀਸ਼ਾਲੀ ਦੇਸ਼ ਕਿਹੜਾ ਹੈ ਹੁਣ? USA ਹੈ ਨਾ, ਯੂਨਾਈਟਡ ਸਟੇਟ ਅਮਰੀਕਾ। ਠੀਕ ਹੈ, ਅਤੇ ਸਭ ਤੋਂ ਸ਼ਕਤੀਸ਼ਾਲੀ ਕੀ ਮੰਨਿਆ ਜਾਂਦਾ ਅਮਰੀਕਾ ਦੇ ਵਿੱਚ? ਰਾਸ਼ਟਰਪਤੀ। ਉਹਨਾਂ ਦਾ ਕੀ ਮੰਨਿਆ ਜਾਂਦਾ? ਰਾਸ਼ਟਰਪਤੀ। ਤਾਂ ਇਹ ਕਿੱਥੋਂ ਲਈਆਂ ਗਈਆਂ? ਅਮਰੀਕਾ ਤੋਂ। ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹਦੀ ਧਾਰਨਾ ਕਿਹੜੇ ਦੇਸ਼ ਤੋਂ ਲਈ ਗਈ ਹੈ? ਅਮਰੀਕਾ ਤੋਂ। ਇਹ ਯਾਦ ਰੱਖਣਾ, ਪ੍ਰੈਜ਼ੀਡੈਂਟ ਅਤੇ ਸੁਪਰੀਮ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਆ, ਸੁਪਰੀਮ ਕੋਰਟ, ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਆ, ਉਹਨਾਂ ਨੂੰ ਵੀ ਹਟਾਉਣ ਦੀ ਪ੍ਰਕਿਰਿਆ ਕਿੱਥੋਂ ਲਈ ਗਈ ਹੈਗੀ ਹੈ? ਅਮਰੀਕਾ ਤੋਂ। ਠੀਕ ਹੈ ਜੀ। ਸੰਵਿਧਾਨ ਸੰਸ਼ੋਧਨ। ਵੇਖੋ, ਸੰਵਿਧਾਨ ਸੰਸ਼ੋਧਨ, ਅਮੈਂਡਮੈਂਟ ਇਨ ਕੰਸਟੀਟਿਊਸ਼ਨ, ਇਹ ਤੁਹਾਨੂੰ ਇਹ ਕਿਹੜੇ ਦੇਸ਼ ਤੋਂ ਲਈ ਗਈ ਹੈ? ਇਹਦਾ ਆਪਸ਼ਨ ਡੀ ਕੀ ਹੈਗਾ? ਆਨਸਰ। ਆਪਸ਼ਨ ਡੀ ਕੀ ਹੈ? ਆਨਸਰ। ਅਮੈਂਡਮੈਂਟ ਇਨ ਕੰਸਟੀਟਿਊਸ਼ਨ ਦੀ ਧਾਰਨਾ ਕਿਹੜੇ ਦੇਸ਼ ਤੋਂ ਲਈ ਗਈ ਹੈ? ਸਾਊਥ ਅਫਰੀਕਾ ਤੋਂ। ਇਹ ਹੁੰਦੀ ਕੀ ਹੈ ਹੁਣ? ਵੇਖੋ, ਜਦੋਂ ਸੰਵਿਧਾਨ ਬਣਿਆ, ਸੰਵਿਧਾਨ ਬਣ ਗਿਆ, ਵੇਖੋ ਹੁਣ ਟਾਈਮ ਬਦਲਦਾ ਰਹਿੰਦਾ, ਜਿਵੇਂ ਜਿਵੇਂ ਟਾਈਮ ਬਦਲਦਾ, ਸਮਾਂ ਵਕਤ ਬਦਲਦਾ, ਤਾਂ ਵੇਖੋ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਹੈ ਜਾਂ ਨੀਡ ਹੈ, ਜਾਂ ਮੰਨ ਲਓ ਵੀ ਤਰੱਕੀ ਜਦੋਂ ਦੇਸ਼ ਕਰ ਰਿਹਾ, ਤਾਂ ਉਹਨਾਂ ਦੇ ਹਾਲਾਤ ਵੀ ਤਾਂ ਬਦਲਦੇ ਰਹਿੰਦੇ ਨਾ। ਇਸ ਕਰਕੇ ਸੰਵਿਧਾਨ ਨੂੰ ਕੀ ਰੱਖਿਆ ਗਿਆ ਆਪਣੇ ਨੂੰ? ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਜੇ ਸੰਵਿਧਾਨ ਦੇ ਵਿੱਚ ਕੋਈ ਵੀ ਤਬਦੀਲੀ ਕਰਨੀ ਹੈ ਤਾਂ ਉਹਨੂੰ ਕੀ ਬੋਲਿਆ ਜਾਂਦਾ? ਅਮੈਂਡਮੈਂਟ। ਤਾਂ ਉਹ ਕਿਹਦੇ ਨਾਲ ਕੀਤੀ ਜਾਂਦੀ ਹੈ? ਅਮੈਂਡਮੈਂਟ ਨਾਲ। ਜਿਵੇਂ ਤੁਹਾਨੂੰ ਹੁਣੇ ਦੱਸਿਆ ਸੀਗਾ ਵੀ ਪਹਿਲਾਂ ਫੰਡਾਮੈਂਟਲ ਰਾਈਟ ਕਿੰਨੇ ਸੀ ਆਪਣੇ ਕੋਲ? ਫੰਡਾਮੈਂਟਲ ਜਿਹੜੇ ਮੌਲਿਕ ਅਧਿਕਾਰ 7 ਸੀਗੇ। ਫਿਰ 44ਵੀਂ ਅਮੈਂਡਮੈਂਟਲ ਹੋਈ। 44ਵੀਂ ਜਦੋਂ ਅਮੈਂਡਮੈਂਟ ਹੋਈ ਹੈ ਤਾਂ ਜਿਹੜਾ ਇੱਕ ਅਧਿਕਾਰ ਸੀਗਾ ਰਾਈਟ ਟੂ ਪ੍ਰੋਪਰਟੀ, ਜਿਹੜਾ ਅਧਿਕਾਰ ਕਿਹੜਾ ਸੀਗਾ? ਰਾਈਟ ਟੂ ਪ੍ਰੋਪਰਟੀ, ਉਹਨੂੰ ਖਤਮ ਕਰਕੇ ਕਿੰਨੇ ਅਧਿਕਾਰ ਰਹਿ ਗਏ ਸੀਗੇ? 6। ਕਿੰਨੇ ਰਹਿ ਗਏ? 6। ਇਹਨੂੰ ਕੀ ਬੋਲਿਆ ਜਾਂਦਾ? ਅਮੈਂਡਮੈਂਟ। ਜੇ ਸੰਵਿਧਾਨ 'ਚ ਕੋਈ ਤਬਦੀਲੀ ਕਰਨੀ ਹੈ ਤਾਂ ਉਹਨੂੰ ਕੀ ਬੋਲਿਆ ਜਾਂਦਾ? ਅਮੈਂਡਮੈਂਟ ਇਨ ਕੰਸਟੀਟਿਊਸ਼ਨ। ਇਹ ਧਾਰਨਾ ਕਿਹੜੇ ਦੇਸ਼ ਤੋਂ ਲਈ ਗਈ ਹੈ? ਸਾਊਥ ਅਫਰੀਕਾ ਤੋਂ। ਠੀਕ ਹੈ ਜੀ। ਅੱਗੇ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਰਾਜਨੀਤੀ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਇਹੀ ਪੇਪਰ 'ਚ ਜ਼ਿਆਦਾਤਰ ਕੁਐਸਚਨ ਪੁੱਛਿਆ ਜਾਂਦਾ ਹੁੰਦਾ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਕਿਸ ਦੇਸ਼ ਤੋਂ ਲਈ ਗਏ ਹੈ? ਇਹ ਯਾਦ ਰੱਖਿਓ ਕਿਹੜੇ ਦੇਸ਼ ਤੋਂ ਲਏ ਗਏ ਆ? ਆਇਰਲੈਂਡ ਤੋਂ। ਇਹ ਹੁੰਦੇ ਕੀ ਹੈ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ 'ਚ ਕੀ ਹੁੰਦੇ ਹੈ? ਇਹ ਹੁੰਦੇ ਆ ਵੀ ਜਿਹੜੀ ਸਟੇਟ ਦੀ ਜਿਹੜੀ ਵੈਲਫੇਅਰ ਹੈਗੀ ਹੈ, ਕਿਸੇ ਵੀ ਜਿਹੜੀ ਰਾਜ ਦੀ ਜਿਹੜੀ ਵੈਲਫੇਅਰ ਹੈ, ਜਾਂ ਉਹਨਾਂ ਦੇ ਉੱਥੋਂ ਦੇ ਜਿਹੜੇ ਰਾਜ ਜਿਹੜੇ ਲੋਕ ਹੈ ਉਹ ਇੱਕ ਚੰਗੀ ਜ਼ਿੰਦਗੀ ਜਿਉਣ, ਉਹ ਇਸ ਲਈ ਜ਼ਰੂਰੀ ਹੈ ਵੀ ਉੱਥੇ ਇੱਕ ਤਾਂ ਆਰਥਿਕ ਅਤੇ ਜਿਹੜੀ ਸਮਾਜਿਕ ਸਮਾਨਤਾ ਹੋਵੇ। ਠੀਕ ਹੈ, ਉਹਨਾਂ ਨੂੰ ਸਮਾਜ ਵਿੱਚ ਬਰਾਬਰ ਅਧਿਕਾਰ ਹੋਵੇ। ਆਰਥਿਕ ਪੱਖੋਂ ਵੀ ਕੀ ਹੈ, ਕਿਸੇ ਨਾਲ ਵੀ ਜੇ ਆਰਥਿਕ ਪੱਖੋਂ ਵੀ ਕੀ ਹੋਵੇ? ਸਮਾਨਤਾ, ਅਤੇ ਸਮਾਜਿਕ ਪੱਖੋਂ ਵੀ ਕੀ ਹੋਵੇ? ਸਮਾਨਤਾ। ਇਹਨੂੰ ਬੋਲਿਆ ਜਾਂਦਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਠੀਕ ਹੈ ਜੀ। ਕਿਹੜੇ ਦੇਸ਼ ਤੋਂ ਲਏ ਗਏ? ਆਇਰਲੈਂਡ ਤੋਂ। ਅੱਗੇ, ਭਾਰਤੀ ਸੰਵਿਧਾਨ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਵਿਚਾਰ ਕਿਹੜੇ ਦੇਸ਼ ਤੋਂ ਲਿਆ ਗਿਆ? ਯਾਨੀ ਕਿ ਆਈਡੀਆ ਆਫ ਲਿਬਰਟੀ, ਆਜ਼ਾਦੀ ਦਾ, ਲਿਬਰਟੀ ਸੁਤੰਤਰਤਾ ਜਾਂ ਆਜ਼ਾਦੀ, ਇਕੁਐਲਿਟੀ ਮੀਨਿੰਗ ਬਰਾਬਰਤਾ ਦਾ, ਸਮਾਨਤਾ ਦਾ, ਫਰੈਟਰਨਿਟੀ ਮੀਨਿੰਗ ਭਾਈਚਾਰੇ ਦਾ ਜਿਹੜਾ ਵਿਚਾਰ ਹੈ ਕਿਹੜੇ ਦੇਸ਼ ਤੋਂ ਲਿਆ ਗਿਆ? ਇਹ ਯਾਦ ਰੱਖਿਓ। ਆਪਸ਼ਨ ਬੀ ਕੀ ਹੈ ਇਹਦਾ ਆਨਸਰ? ਫਰਾਂਸ ਤੋਂ। ਵੇਖੋ, ਫਰਾਂਸ ਰੈਵੋਲੂਸ਼ਨ ਤੋਂ ਲਿਆ ਗਿਆ ਹੈਗਾ। ਠੀਕ ਹੈ, ਐਕਚੁਅਲੀ ਇਹਨੂੰ ਕੀ ਬੋਲਿਆ ਜਾਂਦਾ? ਫਰਾਂਸ ਤੋਂ ਲਿਆ ਗਿਆ। ਠੀਕ ਹੈ ਜੀ। ਸਮਵਰਤੀ ਸੂਚੀ, ਕੌਨਕੂਰੈਂਟ ਲਿਸਟ ਦੀ ਧਾਰਨਾ ਕਿਸ ਦੇਸ਼ ਤੋਂ ਲਈ ਗਈ ਹੈ? ਵੇਖੋ, ਕੌਨਕੂਰੈਂਟ ਲਿਸਟ ਹੁੰਦੀ ਕੀ ਹੈ? ਜਿਹੜਾ ਆਪਣਾ ਸੰਵਿਧਾਨ ਹੈ, ਜਿਹੜਾ ਆਪਣਾ ਸੰਵਿਧਾਨ ਹੈ ਉਹਦੇ ਵਿੱਚ ਕੀ ਹੈ? 3 ਹਿੱਸਿਆਂ ਦੇ ਵਿੱਚ ਲਿਸਟਾਂ, 3 ਲਿਸਟਾਂ ਦੇ ਵਿੱਚ ਜਿਹੜੇ ਹੈਗੇ ਕੰਮ ਵੰਡੇ ਹੋਏ ਹੈ। ਇੱਕ ਤਾਂ ਹੈਗੀ ਹੈ ਸੰਘ ਸੂਚੀ। ਠੀਕ ਹੈ, ਇੱਕ ਹੈਗੀ ਹੈ ਰਾਜ ਸੂਚੀ, ਤੀਜੀ ਕਿਹੜੀ ਹੈਗੀ ਹੈ? ਸਿਮਵਰਤੀ ਸੂਚੀ। ਪਹਿਲੀ ਹੈਗੀ ਹੈ ਸੰਘ ਸੂਚੀ, ਦੂਜੀ ਹੈ ਰਾਜ ਸੂਚੀ, ਤੀਜੀ ਕੀ ਹੈਗੀ ਹੈ? ਸਮਵਰਤੀ ਸੂਚੀ। ਠੀਕ ਹੈ ਜੀ। ਸੰਘ ਸੂਚੀ ਦਾ ਮੀਨਿੰਗ ਹੁੰਦਾ ਜਿਹੜੀ ਕੇਂਦਰ ਸਰਕਾਰ ਨੂੰ ਵੀ ਉਹ ਵਿਸ਼ੇ ਸ਼ਾਮਲ ਕੀਤੇ ਗਏ ਹੈ
ਜਿਹਦੇ ਉੱਤੇ ਸਿਰਫ ਕੇਂਦਰ ਸਰਕਾਰ ਹੀ ਆਪਣੀ ਕਾਨੂੰਨ ਬਣਾ ਸਕਦੀ ਹੈ। ਜਿਵੇਂ ਮੰਨ ਲਓ ਰੇਲਵੇ ਹੈ, ਰੇਲਵੇ ਜਿਹੜੀ ਹੈਗੀ ਹੈ, ਰੇਲਵੇ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਹੈ ਸਿਰਫ ਕੇਂਦਰ ਸਰਕਾਰ ਬਣਾਊਗੀ। ਬੈਂਕ ਹੈਗੇ ਹੈ, ਡਾਕਘਰ ਹੈਗਾ ਆਪਣਾ, ਠੀਕ ਹੈ, ਇਹਨਾਂ ਨਾਲ ਸੰਬੰਧਿਤ ਜਿਹੜੇ ਵੀ ਕਾਨੂੰਨ ਹੈਗੇ ਆ ਇਹ ਕੀ ਹੈ, ਕੇਂਦਰ ਦੇ ਵਿਸ਼ੇ ਹੈਗੇ ਆ, ਵੀ ਸਿਰਫ ਕੇਂਦਰ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ। ਠੀਕ ਹੈ, ਇਸ ਤਰ੍ਹਾਂ ਆ ਗਈ ਦੂਜੀ ਸਟੇਟ ਜਿਹੜੀ ਹੈਗੀ ਸੂਚੀ, ਰਾਜ ਸੂਚੀ। ਰਾਜ ਸੂਚੀ ਉਹ ਸੂਚੀ ਹੈ ਜਿਹਦੇ ਉੱਤੇ ਸਿਰਫ ਰਾਜ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ। ਜਿਵੇਂ ਸਟੇਟ ਦੀ ਆਪਣੀ ਪੁਲਿਸ ਹੁੰਦੀ ਹੈ, ਠੀਕ ਹੈ, ਉਹਦੇ ਉੱਤੇ ਸਿਰਫ ਕੀ ਹੈਗੀ ਹੈ, ਰਾਜ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ। ਜਿਵੇਂ ਸਟੇਟ ਦੀ ਆਪਣੀ ਕੀ ਹੋ ਗਈ, ਪੁਲਿਸ ਹੋ ਗਈ, ਠੀਕ ਹੈ, ਇਸ ਤਰ੍ਹਾਂ। ਤੀਜੀ ਆ ਗਈ ਸਮਵਰਤੀ ਸੂਚੀ। ਸਮਵਰਤੀ ਮੀਨਿੰਗ ਕੌਨਕਰੈਂਟ, ਜਿਹਦੇ ਬਾਰੇ ਕੁਐਸਚਨ ਪੁੱਛਿਆ ਗਿਆ, ਕੌਨਕਰੈਂਟ ਸੂਚੀ। ਇਹ ਉਹ ਸੂਚੀ ਹੈ ਜਿਹਦੇ ਉੱਤੇ ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਅਤੇ ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ। ਕੇਂਦਰ ਸਰਕਾਰ ਵੀ ਅਤੇ ਰਾਜ ਸਰਕਾਰ ਵੀ। ਆਮ ਤੌਰ 'ਤੇ ਸਿੱਖਿਆ ਯਾਦ ਰੱਖਿਓ ਵੀ ਜਿਹੜੀ ਐਜੂਕੇਸ਼ਨ ਹੈ ਉਹ ਕਿਹਦੇ ਵਿੱਚ ਆਉਂਦੀ ਹੈ, ਸਮਵਰਤੀ ਸੂਚੀ ਦੇ ਵਿੱਚ। ਕੁਐਸਚਨ ਆਮ ਤੌਰ 'ਤੇ ਪੁੱਛਿਆ ਜਾਂਦਾ ਵੀ ਜਿਹੜੀ ਐਜੂਕੇਸ਼ਨ ਹੈ ਉਹ ਕਿਹੜੀ ਲਿਸਟ 'ਚ ਆਉਂਦੀ ਹੈ, ਕੌਨਕਰੈਂਟ ਲਿਸਟ 'ਚ। ਹੁਣ ਕੁਐਸਚਨ ਦੀ ਵੀ ਜਿਹੜਾ ਕੌਨਕਰੈਂਟ ਲਿਸਟ ਹੈ ਉਹ ਕਿਹੜੇ ਦੇਸ਼ ਤੋਂ ਲਈ ਗਈ ਹੈ, ਕਿੱਥੋਂ ਲਈ ਗਈ ਹੈ, ਆਸਟ੍ਰੇਲੀਆ ਤੋਂ। ਠੀਕ ਹੈ ਜੀ ਦੋਸਤੋ, ਇਹ ਆਪਣਾ ਇਹ ਵੀਡੀਓ ਸੀਗਾ ਅਤੇ ਇਹਦੇ ਉੱਤੇ ਵੀ ਜਿਹੜਾ ਸੰਵਿਧਾਨ ਦੇ ਜਿਹੜੇ ਮੇਨ ਜਿਹੜੇ ਹੈਗੇ ਚੀਜ਼ ਆਪਣਾ ਜਿਹੜਾ ਪਾਰਟ ਹੈ ਕਿਹੜੇ ਕਿਹੜੇ ਦੇਸ਼ ਤੋਂ ਲਏ ਗਏ ਹੈ। ਜੇ ਤੁਹਾਨੂੰ ਸਾਡਾ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡਾ ਜਿਹੜਾ ਚੈਨਲ ਹੈ ਉਹਨੂੰ ਵੀ ਕੀ ਹੈਗਾ, ਸਬਸਕ੍ਰਾਈਬ ਕਰੋ। ਥੈਂਕ ਯੂ, ਧੰਨਵਾਦ।